पिछली वीडियो विच प्रभु दे वचन विचों असी पढ़िया कि किस तरह राजा दा राजा प्रभुआं दा प्रभु मसीह विरोधी दा उसके झूठे नबी दा उसकी सेना दा अंत करेगा। शैतान नूं 1000 साल दे लई अथाह कुंड विच सुटिया जाएगा, कैद किया जाएगा। शैतान नूं 1000 साल दे लई कैद करके अथाह कुंड विच सुट के राजियां दा राजा प्रभुआं दा प्रभु इस धरती उत्ते 1000 साल दा राज करेगा। जिस समय राजियां दा राजा प्रभुआं दा प्रभु यीशु मसीह इस धरती ते 1000 साल का राज करेगा, उस समय पूरी दुनिया की राजधानी यरूशलेम शहर होएगा। पूरी दुनिया की, पूरी धरती की राजधानी यरूशलेम शहर होएगा। और उस जगह ते प्रभु यीशु मसीह दौलत के सिंहासन पे बैठ के राज करेगा। लूका दी अंजील उसका 1 अध्याय उसकी 32-33 है। ਉਹ ਮਹਾਨ ਹੋਵੇਗਾ ਅਤੇ ਅਤ ਮਹਾਨ ਦਾ ਪੁੱਤਰ ਸਦਾਵੇਗਾ ਅਤੇ ਪ੍ਰਭੂ ਪਰਮੇਸ਼ਰ ਉਸਦੇ ਪਿਤਾ ਦਾਊਦ ਦਾ ਤਖਤ ਉਹਨੂੰ ਦੇਵੇਗਾ। ਉਹ ਯੁੱਗੋ ਯੁੱਗ ਯਾਕੂਬ ਦੇ ਘਰਾਣੇ ਤੇ ਰਾਜ ਕਰੇਗਾ ਅਤੇ ਉਹਦੇ ਰਾਜ ਦਾ ਅੰਤ ਨਾ ਹੋਵੇਗਾ। तो इधर ਅਸੀਂ परमेश्वर ਦੇ वचन ਵਿੱਚ स्पष्ट पढ़ते हैं कि प्रभु यीशु मसीह दौलत के सिंहासन ते बैठ के युगो युग तक राज करेगा। उसके राज का फिर कदे अंत नहीं होगा। ये नबूवत सी जो पुराने नेम विच परमेश्वर दे आत्मा ने नथान नबी नूं दौद दे बारे दौद नूं दसी सी कि तेरे घराने विच एक आएगा जो तेरे तखत ते बैठ के युगो युग तक राज करेगा। पढ़िए इस तेरे दूसरा सामुएल 7:12 ਤੋਂ ਲੈ ਕੇ 16 तक। ਅਤੇ ਜਦ ਤੇਰੇ ਦਿਨ ਪੂਰੇ ਹੋਣਗੇ, जब तेरे दिन पूरे होंगे ਅਤੇ ਤੂੰ ਆਪਣੇ ਪਿਓ ਦਾਦਿਆਂ ਦੇ ਨਾਲ ਸੌਂ ਰਹੇਗਾ, तू अपने प्यो दादियां दे नाल सौ जाएगा। ਤਾਂ ਮੈਂ ਤੇਰੇ ਪਿੱਛੋਂ ਤੇਰੀ ਸੰਤਾਨ ਨੂੰ ਜੋ ਤੇਰੇ ਤੁਖਮ ਤੋਂ ਹੋਵੇਗੀ, मैं तेरे पिछों तेरी संतान नु जो तेरे तुखम तो होएगी ਖਲਿਆਰਾਂਗਾ खड़िया करांगा ਅਤੇ ਉਹਦੇ ਰਾਜ ਨੂੰ ਪੱਕਾ ਕਰਾਂਗਾ। ओदे राज नु पक्का करांगा। ਉਹ ਮੇਰੇ ਨਾਮ ਦਾ ਇੱਕ ਭਵਨ ਬਣਾਵੇਗਾ ओ मेरे नाम दा एक भवन बनाएगा ਅਤੇ ਮੈਂ ਉਸਦੇ ਰਾਜ ਦੀ ਗੱਦੀ ਨੂੰ ਸਦੀਪਕ ਤੋੜੀ ਟਿਕਾਈ ਰੱਖਾਂਗਾ। मैं उसदे राज दी गद्दी नु सदीपक तौड़ी बनाई रखांगा। हाँ, ਅਤੇ ਮੈਂ ਉਸਦਾ ਪਿਤਾ बनांगा मैं उसका पिता बनांगा और वो मेरा पुत्र होवेगा। ओ मेरा पुत्र होवेगा। तो इधर 1000 साल पहला परमेश्वर ने अपने नबी अपने आत्मा के द्वारा दौद राजा नू दस्या सी कि तेरे दुखों विचों तेरा एक पुत्र होवेगा जो युगो युग तक राज करेगा और जिसके राज का कदे अंत नहीं होगा। तो इस वचन के अनुसार प्रभु यीशु मसीह इस धरती ते 1000 साल का राज करते वक्त पूरी दुनिया की पूरी धरती की राजधानी यरूशलेम शहर होएगा। इस दे नाल ही यशाया उसका 9 जो है ਉਹਦੀ 6 ਤੇ 7 ਹੈ। ਪੜ੍ਹੀਏ। ਸਾਡੇ ਲਈ ਤਾਂ ਇੱਕ ਬਾਲਕ ਜੰਮਿਆ, ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ। ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ। ਰਾਜ ਉਸਦੇ ਮੋਢੇ ਤੇ ਹੋਵੇਗਾ ਰਾਜ ਉਹਦੇ ਮੋਢਿਆਂ ਤੇ ਹੋਵੇਗਾ ਅਤੇ ਉਸ ਦਾ ਨਾਮ ਇਉਂ ਸੱਦਿਆ ਜਾਏਗਾ, ਉਸ ਦਾ ਨਾਮ
ਇਉਂ ਸੱਦਿਆ ਜਾਏਗਾ अचरज सलाहू, ਅਚਰਜ ਸਲਾਹੂ, शक्तिमान परमेश्वर, ਸ਼ਕਤੀਮਾਨ ਪਰਮੇਸ਼ਵਰ, अनादि पिता, ਅਨਾਦਿ ਪਿਤਾ, शांति दा राजकुमार। ਸ਼ਾਂਤੀ ਦਾ ਰਾਜਕੁਮਾਰ। ਉਹਦੇ ਰਾਜ ਦੀ ਤਰੱਕੀ ਉਹਦੇ ਰਾਜ ਦੀ ਤਰੱਕੀ, ਅਤੇ ਸਲਾਮਤੀ ਦੀ ਕੋਈ ਹੱਦ ਨਾ ਹੋਵੇਗੀ। ਉਹਦੇ ਰਾਜ ਦੀ ਤਰੱਕੀ ਤੇ ਉਹ ਸਲਾਮਤੀ ਦੀ ਕੋਈ ਹੱਦ ਨਹੀਂ ਹੋਵੇਗੀ। ਹਾਂ, ਦਾਊਦ ਦੀ ਰਾਜ ਗੱਦੀ ਉੱਤੇ ਦਾਊਦ ਦੀ ਰਾਜ ਗੱਦੀ ਉੱਤੇ, ਅਤੇ ਉਹਦੀ ਪਾਤਸ਼ਾਹੀ ਉੱਤੇ ਉਹਦੀ ਪਾਤਸ਼ਾਹੀ ਉੱਤੇ ਭਾਈ ਉਹ ਉਸ ਨੂੰ ਕਾਇਮ ਕਰੇ ਭਾਈ ਉਸ ਨੂੰ ਕਾਇਮ ਕਰੇ ਅਤੇ ਨਿਆਂ ਤੇ ਧਰਮ ਨਾਲ ਉਸ ਨੂੰ ਹੁਣ ਤੋਂ ਯੁਗੋ ਯੁਗ ਸੰਭਾਲੇ। ਨਿਆਂ ਤੇ ਧਰਮ ਦੇ ਨਾਲ ਹੁਣ ਤੋਂ ਲੈ ਕੇ ਯੁਗੋ ਯੁਗ ਤੱਕ ਉਸ ਨੂੰ ਸੰਭਾਲੇਗਾ। ਇਹ ਪਰਮੇਸ਼ਰ ਦੇ ਵਚਨ ਵਿੱਚ ਪਰਮੇਸ਼ਰ ਨੇ ਆਪਣੀ ਆਤਮਾ ਦੇ ਦੁਆਰਾ, ਆਪਣੇ ਨਬੀਆਂ ਦੇ ਦੁਆਰਾ ਪ੍ਰਭੂ ਯਿਸੂ ਮਸੀਹ ਦੇ ਰਾਜ ਦੇ ਬਾਰੇ, ਜੋ ਸ਼ਾਂਤੀ ਦਾ ਦਾਤਾ ਹੈ, ਜੋ ਸ਼ਾਂਤੀ ਦਾ ਰਾਜਕੁਮਾਰ ਹੈ, ਉਸ ਦੇ ਰਾਜ ਦੇ ਬਾਰੇ ਪਹਿਲਾਂ ਹੀ ਦੱਸਿਆ ਸੀ। ਮੇਰੇ ਆਸੀਸੋ, ਇਸੇ ਤਰ੍ਹਾਂ ਇਹ ਦੁਨੀਆ ਵਿੱਚ ਬੈਬੀਲੋਨ ਸਾਮਰਾਜ ਦੇ ਮਹਾਰਾਜ ਨਬੂਕਦਨੈਸਰ ਨੂੰ ਸੁਪਨਾ ਆਇਆ ਸੀ, ਔਰ ਉਸ ਸੁਪਨੇ ਦਾ ਅਰਥ ਪ੍ਰਭੂ ਦੇ ਨਬੀ ਦਾਨੀਏਲ ਨੇ ਉਹ ਸੁਪਨਾ ਵੀ ਔਰ ਸੁਪਨੇ ਦਾ ਅਰਥ ਵੀ ਦੱਸਿਆ। ਔਰ ਉਸ ਸਮੇਂ ਪਰਮੇਸ਼ਰ ਨੇ ਨਬੂਕਦਨੈਸਰ ਦੇ ਉੱਤੇ ਵੀ ਇਹ ਪ੍ਰਗਟ ਕੀਤਾ ਕਿ ਸਾਰੀ ਧਰਤੀ ਦੇ ਰਾਜਾਂ ਦਾ ਅੰਤ ਕਰਕੇ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਰਾਜ ਕਰੇਗਾ। ਇਸ ਤਰ੍ਹਾਂ ਪੜ੍ਹਦੇ ਆ ਦਾਨੀਏਲ, ਉਸ ਦਾ 2 ਅਧਿਆਇ, ਉਹਦੀ 44 ਤੇ 45 ਹੈ। ਪਹਿਲਾ 35 ਆਇਤ ਪੜ੍ਹੀਏ, ਦਾਨੀਏਲ 2 ਦੀ 35 ਹੈ। ਤਦ ਲੋਹਾ, ਦਾਨੀਏਲ 2 ਦੀ 35 ਹੈ। ਹਾਂ, ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ ਟੋਟੇ ਕਰ ਦਿੱਤੇ ਗਏ। ਹਾਂ। ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਝੂ ਹੋ ਗਏ। ਹਾਂ। ਅਤੇ ਵਾਹ ਉਹਨਾਂ ਨੂੰ ਉਡਾ ਲੈ ਗਈ। ਹਾਂ। ਇੱਥੋਂ ਤਾਈਂ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਿਹਾ। ਅਤੇ ਉਹ ਪੱਥਰ ਜਿਸ ਨੇ ਉਸ ਮੂਰਤ ਨੂੰ ਮਾਰਿਆ, ਉਹ ਪੱਥਰ ਜਿਸ ਨੇ ਉਸ ਮੂਰਤ ਨੂੰ ਮਾਰਿਆ, ਇੱਕ ਵੱਡਾ ਪਹਾੜ ਬਣ ਗਿਆ। ਇੱਕ ਵੱਡਾ ਪਹਾੜ ਬਣ ਗਿਆ। ਹਾਂ, ਤੇ ਸਾਰੀ ਧਰਤੀ ਨੂੰ ਭਰ ਦਿੱਤਾ। ਅਤੇ ਸਾਰੀ ਧਰਤੀ ਨੂੰ ਭਰ ਦਿੱਤਾ। ਇਹ ਪੱਥਰ, ਇਹ ਪ੍ਰਭੂ ਯਿਸੂ ਮਸੀਹ ਦੇ ਬਾਰੇ ਹੈ। ਬਾਈਬਲ ਪਰਮੇਸ਼ਰ ਦਾ ਵਚਨ ਪੜ੍ਹੀਏ ਤੋ ਪੁਰਾਣੇ ਦੇ ਵਿੱਚ ਵੀ ਨਵੇਂ ਦੇ ਵਿੱਚ ਵੀ ਪ੍ਰਭੂ ਯਿਸੂ ਮਸੀਹ ਜੋ ਹੈ ਉਸ ਦੀ ਤੁਲਨਾ ਪੱਥਰ ਦੇ ਨਾਲ, ਚਟਾਨ ਦੇ ਨਾਲ ਕੀਤੀ ਗਈ ਹੈ। ਔਰ ਇਹ ਪੱਥਰ, ਇਹ ਚਟਾਨ ਉਸ ਅਨੋਖੀ ਮੂਰਤੀ ਦੇ ਨਾਲ ਆ ਕੇ ਟਕਰਾਈ, ਉਸ ਦੇ ਨਾਲ ਆ ਕੇ ਵੱਜੀ ਔਰ ਉਸ ਅਨੋਖੀ ਮੂਰਤੀ ਨੂੰ ਚਕਨਾਚੂਰ ਕਰ ਦਿੱਤਾ। ਇਸ ਦੇ ਲਈ ਦਾਨੀਏਲ 2 ਦੀ 44 ਤੇ 45 ਹੈ। ਉਹਨਾਂ ਰਾਜਿਆਂ ਦੇ ਦਿਨਾਂ ਵਿੱਚ ਆਕਾਸ਼ ਦਾ ਪਰਮੇਸ਼ਵਰ ਇੱਕ ਰਾਜ ਖੜਾ ਕਰੇਗਾ। ਉਹਨਾਂ ਰਾਜਿਆਂ ਦੇ ਦਿਨਾਂ ਵਿੱਚ ਆਕਾਸ਼ ਦਾ ਪਰਮੇਸ਼ਵਰ ਇੱਕ ਰਾਜ ਸਥਾਪਿਤ ਕਰੇਗਾ, ਜਿਹੜਾ ਸਦਾ ਤੀਕ ਨਿਸ਼ਟ ਨਾ ਹੋਵੇਗਾ, ਜਿਹੜਾ ਸਦਾ ਤੀਕ ਨਸ਼ਟ ਨਾ ਹੋਵੇਗਾ। ਹਾਂ, ਅਤੇ ਉਹਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਏਗੀ। ਉਹਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਏਗੀ। ਹਾਂ, ਸਗੋਂ ਉਹ ਇਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ-ਚੂਰ ਕਰਕੇ ਸਤਿਆਨਾਸ਼ ਕਰੇਗਾ। ਉਹ ਸਗੋਂ ਇਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ-ਚੂਰ ਕਰਕੇ ਇਹਨਾਂ ਦਾ ਸਤਿਆਨਾਸ਼ ਕਰੇਗਾ। ਹਾਂ, ਪਰ ਆਪ ਸਦਾ ਤਾਈ ਖੜਾ ਰਹੇਗਾ। ਪਰ ਆਪ ਸਦਾ ਤਾਈ ਖੜਾ ਰਹੇਗਾ। ਹਾਂ, ਅਤੇ ਜਿਹਾ ਕਿ ਤੁਸੀਂ ਵੇਖਿਆ, ਹਾਂ, ਭਾਈ ਉਹ ਪੱਥਰ ਬਿਨ ਹੱਥ ਲਾਏ ਪਹਾੜ ਵਿੱਚੋਂ ਵੱਢ ਕੇ ਕੱਢਿਆ ਗਿਆ। ਉਹ ਪੱਥਰ ਬਿਨਾਂ ਹੱਥ ਲਾਏ ਪਹਾੜ ਵਿੱਚੋਂ ਕੱਢ ਕੇ ਕੱਢਿਆ ਗਿਆ। ਅਤੇ ਉਹਨੇ ਲੋਹੇ, ਹਾਂ, ਪਿੱਤਲ, ਮਿੱਟੀ, ਚਾਂਦੀ ਤੇ ਸੋਨੇ ਨੂੰ ਚੂਰ-ਚੂਰ ਕੀਤਾ। ਉਸਨੇ ਲੋਹੇ, ਮਿੱਟੀ, ਚਾਂਦੀ ਤੇ ਸੋਨੇ ਨੂੰ ਚੂਰ-ਚੂਰ ਕੀਤਾ। ਹਾਂ, ਮਹਾ ਪਰਮੇਸ਼ਵਰ ਨੇ ਉਹ ਕੁਝ ਰਾਜੇ ਨੂੰ ਵਿਖਾਇਆ ਹੈ। ਮਹਾ
परमेश्वर ने वो सब कुछ राजे ने विखाया है, जो कुछ अगे ਨੂੰ ਹੋਣ ਵਾਲਾ ਹੈ, जो कुछ अगे ਨੂੰ होने वाला है। इधर परमेश्वर ने नबूकदनेस्सर राजे दे उत्ते और अपने नबी दानियल के द्वारा उस राजे ਨੂੰ ਉਹਦੇ ਸੁਪਨੇ सने अर्थ दस के राजियां दे राजा प्रभुआं दे प्रभु यीशु मसीह दे राज के बारे जो आने वाले समय विच आना है उस दे बारे दस्या, ਉਹਦੇ ते प्रगट किया। जिस तरह प्रभु दे वचन विच लिखिया है उसे तरह दुनिया के इतिहास विच भी आपां देखदे आ कि ये मूर्ति जो अनोखी मूर्ति है, अद्भुत मूर्ति है, जिसका सिर सोने का है, जिसकी छाती, जिसकी पजामा जिहड़ियां वो चांदी दियां हन और पित्तल दी है और लोहे दी है और मिट्टी दी है। ये मूर्ति ये राजा अते राजियां दी राजे नूं दिखाउंदी है कि इस धरती दे उत्ते जिन्ने भी साम्राज होए है, जिन्ने भी राजे होए है, उन्हां राजा नूं दिखाउंदी है। सब तो पहला ये मूर्ति जिसका सिर सोने का है, ये बैबीलोन साम्राज्य नूं दसदी है, जिसका राजा नबूकदनेस्सर सी। फिर इस मूर्ति का कुछ हिस्सा चांदी का जो मादी फारसी राज नूं दसदी है, जिस राज के उत्ते जिस राज के राजे दारा राजा सी, कुसरू सी, जिन्हां ने इस धरती के उत्ते राज किया। बैबीलोन साम्राज्य ने राज किया, नबूकदनेस्सर राजे ने राज किया। उन्हां तो बाद मादी फारसियों का राज आया, कुसरू ने दारा ने राज किया। उस तो बाद यूनानी राज आया और यूनानी राज दा राजा सिकंदर बादशाह सी। उस तो बाद वो मत तो बाद ओदा राज सा, ओदा राज चार हिस्सियां विच जो दे चार सेनापति सी, उन्होंने मिल गया, उन्होंने ले लिया। उस तो बाद रोमी साम्राज्य आया, रोमी साम्राज्य तो देख लिया, डेमोक्रेसी आ गई, तानाशाही राज आ गया। किसी जगह ते प्रजातंत्र है, किसी जगह ते तानाशाही राज है, किसी जगह ते सख्त है, किसी जगह ते नरम है। लेकिन सारे राज्यों के अंत विच मसीह दा राज आएगा, सच्चे मसीह दा राज, राजा दे राजा प्रभु दे प्रभु दा राज आएगा। इन्हां सारे राज्यों दा अंत करके राजा दा राजा प्रभु दा प्रभु इस धरती ते 1000 साल दा राज करेगा, 1000 साल दा राज करेगा। ये पुराने नेम विच परमेश्वर ने समय समय ते अपने पवित्र नबियों के द्वारा इस राज के बारे प्रकट करके दिता, नबूवत करके नबूवत हुई। तो इसलिए मेरे प्यारों, परमेश्वर के वचन में जिस तरह लिखा है, जिस तरह परमेश्वर ने आत्मा ने अपने नबियों के द्वारा पहला तो बोलिया सी, उसे तरह मसीह यीशु इस धरती के उत्ते 1000 साल का राज करेगा। और राज करते वक्त यरूशलेम नगर उस राज की राजधानी होगी। यरूशलेम नगर पूरी दुनिया की, पूरी धरती की राजधानी होगी। और प्रभु यीशु मसीह उधर दाऊद दे सिंहासन ते बैठ के इस धरती के उत्ते दुनिया के उत्ते राज करेगा, राज करेगा। बाइबल परमेश्वर का वचन पढ़ते वक्त और इस्राएल का इतिहास पढ़ते वक्त सानू पता लगता है कि दाऊद ने इस्राएल के उत्ते, यहूदा के उत्ते
लगभग 40 साल तक राज किया। 7 साल तक उसने हेब्रोन विच राज किया और उस तो बाद 33 साल तक उसने यहूदा ते इस्राएल दे उत्ते राज किया। कुल मिला के 40 साल तक राज किया। उस समय दाऊद राज करते वक्त इस्राएल दी यहूदा दी राजधानी यरूशलेम शहर सी। यरूशलेम शहर इस लिए पढ़ांगे दूसरा सामुएल उसका 5 है, उसकी 4 ते 5 है। जिस वेले दाऊद राज करन लगा हाँ। तद 30 वरियां दा सी। जिस समय दाऊद राज कर लगा हाँ तद वो 30 वरियां दा सी। हाँ अते उसने 40 वरे राज कीता। उसने 40 वरे राज किया। उसने 7 वरे 6 महीने यहूदा ते हबरोन विच हाँ अते सारे इस्राएल और यहूदा ते यरूशलेम विच 33 वरे राज कीता। तो इंद्र सी पढ़ते हैं कि किस तरह दाऊद राजे ने 40 साल तक राज किया। उस समय इस्राएल की राजधानी यहूदा की राजधानी यरूशलेम शहर सी। यरूशलेम में दाऊद दा शासन सी और दाऊद ने यरूशलेम को अपनी राजधानी बना के राज किया और उसे सिंहासन ते राजा दा राजा प्रभुओं दा प्रभु आएगा और उस ते बैठ के दाऊद दे सिंहासन ते बैठ के राज करेगा। एक बार फिर प्रभु दे वचन जो पढ़ांगे लूका दी अंजील उसका 1 अध्याय उसकी 32-33 पढ़िए 31-32-33 हाँ पढ़िए। ओ महान होवेगा हाँ अते अत महान दा पुत्र वो महान होवेगा अत महान दा पुत्र सदाएगा अते प्रभु परमेश्वर उसदे पिता दाऊद दा तख्त ਉਹਨੂੰ देवेगा। प्रभु परमेश्वर ਉਹਦੇ ਪਿਤਾ दाऊद ਦਾ ਸਿंਹਾਸਨ ਉਹਨੂੰ ਦੇਵੇਗਾ। ਹਾਂ ਉਹ ਯੁਗੋ ਯੁਗ ਯਾਕੂਬ ਦੇ ਘਰਾਣੇ ਤੇ ਰਾਜ ਕਰੇਗਾ। ਉਹ ਯੁਗੋ ਯੁਗ ਤੱਕ ਯਾਕੂਬ ਦੇ ਘਰਾਣੇ ਤੇ ਇਹ ਰਾਜ ਕਰੇਗਾ ਅਤੇ ਉਹਦੇ ਰਾਜ ਦਾ ਅੰਤ ਨਾ ਹੋਵੇਗਾ। ਉਹਦੇ ਰਾਜ ਦਾ ਅੰਤ ਨਾ ਹੋਵੇਗਾ। तो जिस तरह असी प्रभु के वचन विचों पढ़ते हैं इसे तरह 1000 साल के राज दे विच यरूशलेम नगर पूरी दुनिया की राजधानी बनेगा। पूरी धरती की राजधानी बनेगा। 1000 साल के राज की राजधानी बनेगा। यरूशलेम नगर के बारे पढ़ते हैं। यह नगर पवित्र नगर है। पवित्र नगर पवित्र नगर क्यों इसको किया गया? क्योंकि इस नगर के अंदर पवित्र परमेश्वर जिउंदे परमेश्वर का एक पवित्र मंदिर सी और जिस मंदिर के अंदर वो जिउंदा परमेश्वर वास करता सी। जिस मंदिर के अंदर जिउंदा परमेश्वर अपनी महिमा दे समेत राज करता सी और जो मंदिर सुलेमान राजा ने बनाया सी उस मंदिर वो पवित्र मंदिर होने के कारण ये शहर पवित्र शहर करके दुनिया में सदाया गया। ये शहर बहुत ही पुराना शहर है। ये यरूशलेम नगर का इतिहास बहुत ही पुराना इतिहास है। ये बहुत ही पुराना शहर है। ये शहर उस जगह ते वसिया होया सी जिस जगह ते अब्राहम ने अपने इकलौते बेटे इसहाक की बलि चढ़ाई सी। उस जगह ते वसिया होया और ये शहर नूं लेके बहुत बार लड़ाइयां भी हुई हैं। ये शहर नूं लेके बहुत दंगे फसाद होए हैं। यहूदी कहंदे ओ साडा है, मुसलमान कहंदे साडा है, नामधारी ईसाई कहंदे साडा है। इस नूं लेके बहुत बार इस दे विच लड़ाइयां झगड़े युद्ध होए हैं, बहुत हमले होए हैं और बहुत बार दंगा फसाद भी होए हैं। तो मेरे प्यारों यरूशलेम नगर एक चुनिया नगर है। क्या ये सब हो रहा है?
क्योंकि इस नगर में राजा दे राजा प्रभुओं दे प्रभु यीशु मसीह ने दाऊद दे सिंहासन ते बैठ के 1000 साल का राज करना। पिछले दिनों में पिछले कुछ समय में अमेरिका का राष्ट्रपति डोनाल्ड ट्रंप उसने ऐलान किया कि इस्राएल की राजधानी यरूशलेम नगर होएगा। और जिस तरह ही उसने ऐलान किया कि यरूशलेम इस्राएल की राजधानी होएगा, तब पूरी दुनिया में विशेष करके खाड़ी देशों में हलचल मच गई और उन्होंने इसका विरोध किया कि असी कदे भी यरूशलेम नू इस्राएल की राजधानी करके नहीं मनांगे, मानता नहीं देवांगे। और उस समय मेरे प्यारों वोट भी पाई गई और बहुत सारे व्यक्तियों ने डोनाल्ड ट्रंप के इस बयान के खिलाफ वोटा पाइया। तो मेरे आशीषों के जिसके कारण यरूशलेम नगर इस्राएल की राजधानी बन तो रुक गया, रुकावट पै गई, लेकिन प्रभु के वचन के अनुसार यरूशलेम नगर जो पवित्र नगर है, जो परमेश्वर का चुनिया नगर है, जिस नगर में दाऊद का सिंहासन सी, दाऊद ने राज किया, वो नगर सिर्फ इस्राएल की राजधानी नहीं, वो पूरी दुनिया की राजधानी बनेगा, वो पूरी धरती की राजधानी बनेगा। वो 1000 साल के राज के समय पूरी दुनिया पूरी धरती की राजधानी बनेगा। घास ते धरती टल जाएंगे, परमेश्वर का वचन कदे नहीं टलेगा। तो प्रभु के वचन के अनुसार यरूशलेम नगर पूरी दुनिया की राजधानी बनेगा। तो जिस समय प्रभु यीशु मसीह इस धरती के उत्ते 1000 साल का राज करेगा, उस समय देश भी होंगे, उस समय राज भी होंगे, उस समय लोग भी होंगे, लेकिन राजा का राजा इस धरती पे राज करने वक्त उसके लोग या यहूदी लोग या याकूब का घराना इस धरती पे राज करेगा। मैं दस रहा सी कि उस समय लोग होंगे, राज होंगे, प्रधान होंगे, अधिकारी होंगे, पर कोई भी दंगा फसाद नहीं करेगा, कोई भी अत्याचार नहीं करेगा, कोई भी भ्रष्टाचार नहीं होगा। तो राजा का राजा प्रभु का प्रभु राज करते वक्त यहूदी लोग, इस्राएली लोग भी उसके नाल राज करते। यशाया 14:1-2 पढ़िए। यहोवा याकूब उते रहम करेगा, यहोवा याकूब उते रहम करेगा ਅਤੇ ਇਸਰਾਇਲ ਨੂੰ ਫਿਰ ਚੁਣੇਗਾ, इस्राएल ਨੂੰ ਫਿਰ ਚੁਣੇਗਾ ਅਤੇ ਉਹਨਾਂ ਨੂੰ ਉਹਨਾਂ ਦੀ ਭੂਮੀ ਉੱਤੇ ਵਸਾਵੇਗਾ, ਉਹਨਾਂ ਨੂੰ ਉਹਨਾਂ ਦੀ ਭੂਮੀ ਉੱਤੇ ਵਸਾਵੇਗਾ, ਅਤੇ ਉਪਰੇ ਉਹਨਾਂ ਨਾਲ ਮਿਲ ਜਾਣਗੇ, ਉਪਰੇ ਉਹਨਾਂ ਨਾਲ ਮਿਲ ਜਾਣਗੇ, ਅਤੇ ਉਹ ਯਾਕੂਬ ਦੇ ਘਰਾਣੇ ਨਾਲ ਜੁੜ ਜਾਣਗੇ। ਉਹ ਯਾਕੂਬ ਦੇ ਘਰਾਣੇ ਨਾਲ ਜੁੜ ਜਾਣਗੇ। ਲੋਕ ਉਹਨਾਂ ਨੂੰ ਲੈ ਕੇ ਉਹਨਾਂ ਨੂੰ ਉਹਨਾਂ ਦੇ ਥਾਂ ਉੱਤੇ ਪਹੁੰਚਾ ਦੇਣਗੇ, ਲੋਕ ਉਹਨਾਂ ਨੂੰ ਲੈ ਕੇ ਉਹਨਾਂ ਦੀ ਥਾਂ ਉੱਤੇ ਪਹੁੰਚਾ ਦੇਣਗੇ, ਅਤੇ ਇਸਰਾਇਲ ਦਾ ਘਰਾਣਾ ਉਹਨਾਂ ਨੂੰ ਗੋਲੇ ਅਰਗੋਲੀਆਂ ਕਰਕੇ ਯਹੋਵਾ ਦੀ ਭੂਮੀ ਉੱਤੇ ਆਪਣੇ ਵਸ ਵਿੱਚ ਰੱਖੇਗਾ। ਇਸਰਾਇਲ ਦਾ ਘਰਾਣਾ ਉਹਨਾਂ ਨੂੰ ਗੋਲੀਆਂ ਤੇ ਗੋਲੇ ਕਰਕੇ ਯਹੋਵਾ ਦੀ ਭੂਮੀ ਉੱਤੇ ਰੱਖੇਗਾ, ਅਤੇ ਉਹ ਉਹਨਾਂ ਨੂੰ ਕੈਦੀ ਬਣਾਉਣਗੇ, ਉਹ ਉਹਨਾਂ ਨੂੰ ਕੈਦੀ ਬਣਾਉਣਗੇ ਜਿਨ੍ਹਾਂ ਦੇ ਉਹ ਕੈਦੀ ਸਨ, ਜਿਨ੍ਹਾਂ ਦੇ ਉਹ ਕੈਦੀ ਸਨ, ਅਤੇ ਆਪਣੇ ਦੁੱਖ ਦੇਣ ਵਾਲਿਆਂ ਤੇ ਰਾਜ ਕਰਨ, ਆਪਣੇ ਦੁੱਖ ਦੇਣ ਵਾਲਿਆਂ ਤੇ ਰਾਜ ਕਰਦੇ। ਪ੍ਰਭੂ ਦੇ ਵਚਨ ਵਿੱਚ ਪਹਿਲਾਂ ਹੀ ਸਪਸ਼ਟ ਲਿਖਿਆ ਹੋਇਆ ਹੈ, ਆਪਣੇ ਦੁੱਖ ਦੇਣ ਵਾਲਿਆਂ ਤੇ ਉਹ ਰਾਜ ਕਰਨਗੇ। ਇਸਰਾਇਲ ਦੇ ਨਾਲ ਨਾਲ ਆਤਮਿਕ ਇਸਰਾਇਲ ਵੀ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਦੇ ਨਾਲ ਇਸ ਧਰਤੀ ਤੇ 1000 ਸਾਲ ਦਾ ਰਾਜ ਕਰੇਗਾ। ਇਸ ਦੇ ਲਈ ਪ੍ਰਭੂ ਦੇ ਵਚਨ ਵਿੱਚੋਂ ਪੜਾਂਗੇ
ਮੱਤੀ ਦੀ ਅੰਜੀਲ ਉਸ ਦਾ 19 ਅਧਿਆਇ ਉਹਦੀ 27 ਤੇ 28 ਹੈ। ਤਦ ਪਤਰਸ ਨੇ ਉਸ ਨੂੰ ਉੱਤਰ ਦਿੱਤਾ, ਹਾਂ। ਵੇਖ ਅਸੀਂ ਸਭੋ ਕੁਝ ਛੱਡ ਕੇ ਤੇਰੇ ਮਗਰ ਹੋ ਤੁਰੇ ਹਾਂ, ਫਿਰ ਸਾਨੂੰ ਕੀ ਲੱਭੂ? ਹਾਂ। ਯੀਸ਼ੂ ਨੇ ਉਹਨਾਂ ਨੂੰ ਕਿਹਾ, ਹਾਂ। ਮੈਂ ਤੁਹਾਨੂੰ ਸੱਚ ਆਖਦਾ ਹਾਂ, ਭਾਈ ਜਦ ਮਨੁੱਖ ਦਾ ਪੁੱਤਰ ਨਵੀਂ ਸ੍ਰਿਸ਼ਟੀ ਵਿੱਚ ਆਪਣੇ ਤੇਜ ਦੇ ਸਿੰਘਾਸਨ ਉੱਤੇ ਬੈਠੇਗਾ, ਤਦ ਤੁਸੀਂ ਵੀ ਜੋ ਮੇਰੇ ਮਗਰ ਹੋ ਤੁਰੇ ਹੋ 12 ਸਿੰਘਾਸਨਾਂ ਉੱਤੇ ਬੈਠੋਗੇ, ਹਾਂ। ਅਤੇ ਇਸਰਾਇਲ ਦੀਆਂ 12 ਗੋਤਾਂ ਦਾ ਨਿਆਂ ਕਰੋਗੇ। ਹਾਂ। ਅਤੇ ਹਰ ਕੋਈ ਜਿਸ ਨੇ ਘਰਾਂ ਜਾਂ ਭਾਈਆਂ ਜਾਂ ਭੈਣਾਂ ਜਾਂ ਪਿਓ ਜਾਂ ਮਾਂ ਜਾਂ ਬਾਲ ਬੱਚਿਆਂ ਜਾਂ ਜ਼ਮੀਨ ਨੂੰ ਮੇਰੇ ਨਾਮ ਦੇ ਕਾਰਨ ਛੱਡਿਆ ਹੈ, ਉਹ 100 ਗੁਣਾ ਪਾਵੇਗਾ ਅਤੇ ਸਦੀਪਕ ਜੀਵਨ ਦਾ ਵਾਰਸ ਹੋਵੇਗਾ। ਹਾਂ, ਤਾਂ ਇਹਨਾਂ ਵਚਨਾਂ ਤੋਂ ਸਾਨੂੰ ਸਪਸ਼ਟ ਹੁੰਦਾ ਹੈ ਸਰੀਰਕ ਇਸਰਾਇਲ ਦੇ ਨਾਲ ਨਾਲ ਆਤਮਿਕ ਇਸਰਾਇਲ ਵੀ ਇਸ ਧਰਤੀ ਦੇ ਉੱਤੇ ਰਾਜ ਕਰੇਗਾ। ਇਸ ਦੇ ਨਾਲ ਹੀ ਲੂਕਾ ਦੀ ਅੰਜੀਲ ਉਸ ਦਾ 22 ਅਧਿਆਇ ਉਹਦੀ 28 29 30 ਪੜ੍ਹੀਏ। ਅਤੇ ਤੁਸੀਂ ਉਹ ਹੀ ਹੋ ਜੋ ਮੇਰੇ ਪਰਤਾਵੇ ਵਿੱਚ ਸਦਾ ਮੇਰੇ ਨਾਲ ਰਹੇ। ਤੁਸੀਂ ਉਹ ਹੋ ਜਿਹੜੇ ਮੇਰੇ ਪਰਤਾਵੇ ਵਿੱਚ ਸਦਾ ਮੇਰੇ ਨਾਲ ਰਹੇ ਹੋ। ਹਾਂ, ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ, ਜਿਵੇਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ, ਤਿਵੇਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ, ਜਿਵੇਂ ਮੈਂ ਵੀ ਤੁਹਾਡੇ ਲਈ ਰਾਜ ਠਹਿਰਾਉਂਦਾ ਹਾਂ, ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਖਾਓ ਪੀਓ, ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਤੇ ਖਾਓ ਪੀਓ, ਅਤੇ ਤੁਸੀਂ ਸਿੰਘਾਸਨਾਂ ਤੇ ਬੈਠ ਕੇ ਇਸਰਾਇਲ ਦੀਆਂ 12 ਗੋਤਾਂ ਦਾ ਨਿਆਂ ਕਰੋਗੇ। ਤੁਸੀਂ ਸਿੰਘਾਸਨ ਤੇ ਬੈਠ ਕੇ ਇਸਰਾਇਲ ਦੇ 12 ਗੋਤਰਾਂ ਦਾ ਨਿਆਂ ਕਰੋਗੇ। ਇਸ ਤਰ੍ਹਾਂ ਪਹਿਲਾ ਕਰੰਥੀਆਂ 6 ਦੀ 1-2 ਦਿਨ। ਕੀ ਤੁਹਾਡੇ ਵਿੱਚੋਂ ਕਿਸੇ ਦਾ ਇਹ ਹਿਉ ਪੈਂਦਾ ਹੈ ਜੋ ਦੂਜੇ ਨਾਲ ਮੁਕੱਦਮਾ ਰੱਖ ਕੇ ਨਵੇੜੇ ਲਈ ਇੱਕ ਧਰਮੀਆਂ ਕੋਲ ਜਾਵੇ ਤੇ ਸੰਤਾਂ ਕੋਲ ਨਾ? ਹਾਂ। ਕੀ ਤੁਸੀਂ ਨਹੀਂ ਜਾਣਦੇ ਭਾਈ ਸੰਤ ਜਨ ਜਗਤ ਦਾ ਨਿਆਂ ਕਰਨਗੇ? ਕੀ ਤੁਸੀਂ ਨਹੀਂ ਜਾਣਦੇ ਭਾਈ ਸੰਤ ਜਨ ਜਗਤ ਦਾ ਨਿਆਂ ਕਰਦੇ? ਹਾਂ। ਤੇ ਜੇ ਜਗਤ ਦਾ ਨਿਆਂ ਤੁਹਾਤੋਂ ਹੋਣਾ ਹੈ, ਹਾਂ। ਤਾਂ ਭਲਾ ਤੁਸੀਂ ਛੋਟੀਆਂ ਤੋਂ ਛੋਟੀਆਂ ਗੱਲਾਂ ਦਾ ਨਿਬੇੜਾ ਕਰਨ ਦੇ ਯੋਗ ਨਹੀਂ ਹੋ? ਹਾਂ। ਕੀ ਤੁਸੀਂ ਨਹੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਆਂ ਕਰਾਂਗੇ? ਕੀ ਤੁਸੀਂ ਨਹੀਂ ਜਾਣਦੇ ਜੋ ਅਸੀਂ ਦੂਤਾਂ ਦਾ ਨਿਆਂ ਕਰਾਂਗੇ? ਦੂਸਰਾ ਤੀਮੋਥੇਉਸ 2:12। ਜੇ ਸਹਾਰ ਲਈਏ ਤਾਂ ਉਸ ਦੇ ਨਾਲ ਰਾਜ ਵੀ ਕਰਾਂਗੇ। ਜੇ ਸਹਿ ਲਈਏ ਤਾਂ ਉਸ ਦੇ ਨਾਲ ਰਾਜ ਵੀ ਕਰਾਂਗੇ। ਇਸ ਦੇ ਨਾਲ ਦਾਨੀਏਲ 7:18 ਵੀ ਪੜੋ। ਪਰ ਅਤ ਮਹਾਨ ਦੇ ਸੰਤ ਰਾਜ ਲੈ ਲੈਣਗੇ, ਪਰ ਅੰਤ ਮਹਾਨ ਦੇ ਸੰਤ ਰਾਜ ਲੈ ਲੈਣਗੇ, ਅਤੇ ਯੁੱਗਾਂ ਤੀਕ, ਹਾਂ ਯੁੱਗੋ ਯੁੱਗ ਤੀਕ ਉਸ ਰਾਜ ਦੇ ਮਾਲਕ ਹੋਣਗੇ। ਹਾਂ, ਯੁੱਗਾਂ ਯੁੱਗ ਤੀਕ ਉਸ ਰਾਜ ਦੇ ਮਾਲਕ ਹੋਣਗੇ। 7 ਦੀ 27 ਤੇ 28 ਪੜੋ। ਤੇ ਸਾਰੇ ਆਕਾਸ਼ ਦੇ ਹੇਠਲੇ ਸਭਨਾ ਦੇਸ਼ਾਂ ਦੇ ਰਾਜਾਂ ਦਾ ਪ੍ਰਤਾਪ ਹਾਂ। ਅਰ ਬਾਦਸ਼ਾਹੀ ਅਤੇ ਰਾਜ ਅਤ ਮਹਾਨ ਦੇ ਸੰਤਾਂ ਦੇ ਲੋਕਾਂ ਨੂੰ ਦਿੱਤੇ ਜਾਣਗੇ। ਅੰਤ ਮਹਾਨ ਦੇ ਸੰਤਾਂ ਦੇ ਲੋਕਾਂ ਨੂੰ ਦਿੱਤੇ ਜਾਣਗੇ। तो प्रभु के वचन के अनुसार शारीरिक इसराइल भी और आत्मिक इसराइल भी राजा दे राजा प्रभुआ दे प्रभु दे नाल इस धरती ते राज करनगे। प्रभुआ दा प्रभु राजा दा राजा शारीरिक और आत्मिक इसराइल नो इस धरती ते राज करन दा अधिकार देवेगा, अधिकार देवेगा। उस समय पूरी धरती परमेश्वर दे ज्ञान दे नाल भरी होवेगी। पढ़िए यशाया 11:9। मेरे सारे पवित्र पर्वत विच ਉਹ ਨਾ ਸੱਟ ਲਾਉਣਗੇ ਨਾ ਨਾਸ਼ ਕਰਨਗੇ, ਕਿਉਂ ਜੋ ਧਰਤੀ ਯਹੋਵਾ ਦੇ ਗਿਆਨ ਨਾਲ ਭਰੀ ਹੋਈ ਹੋਵੇਗੀ। ਕਿਉਂ ਜੋ ਧਰਤੀ ਯਹੋਵਾ ਦੇ ਗਿਆਨ ਦੇ ਨਾਲ ਭਰੀ ਹੋਵੇਗੀ। ਹਾਂ, ਜਿਵੇਂ ਸਮੁੰਦਰ ਪਾਣੀ ਨਾਲ ਢਕਿਆ ਹੋਇਆ ਹੈ, ਜਿਵੇਂ ਸਮੁੰਦਰ ਪਾਣੀ ਦੇ ਨਾਲ ਭਰਿਆ ਹੋਇਆ ਹੈ। ਹਬਕੂਕ 2:14 ਪੜ੍ਹੀਏ। ਧਰਤੀ ਤਾਂ ਯਹੋਵਾ ਦੇ ਪ੍ਰਤਾਪ ਦੇ ਗਿਆਨ ਨਾਲ ਭਰ ਜਾਏਗੀ। ਧਰਤੀ ਤਾਂ ਯਹੋਵਾ ਦੇ ਪ੍ਰਤਾਪ ਦੇ ਗਿਆਨ ਨਾਲ ਭਰ ਜਾਏਗੀ, ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ, ਜਿਵੇਂ ਸਮੁੰਦਰ ਪਾਣੀ ਨਾਲ ਭਰਿਆ ਹੋਇਆ ਹੈ। तो राजा दा राजा प्रभु दा प्रभु इस धरती ते राज करते वक्त पूरी धरती पूरी दुनिया परमेश्वर दे ज्ञान दे नाल भरी होवेगी। पूरी धरती ते पूरी दुनिया में सिर्फ एक ही नाम होगा, प्रभु यीशु मसीह दा नाम। प्रभु यीशु मसीह दा नाम। सिर्फ एक ही प्रभु दी आराधना होगी, सिर्फ एक ही प्रभु दी स्तुति होगी, एक ही प्रभु दा भजन गाया जाएगा। मेरे प्यारे और राजा दे राजा प्रभुआ दे प्रभु दा जिस तरह धरती जिस तरह समुद्र पानी नाल भरिया होया है, इसे तरह पूरी धरती पूरी दुनिया परमेश्वर दे ज्ञान दे नाल शांति दे नाल मेल दे नाल भरी रहेगी। कोई धरती ते
कोई उस समय दुनिया में 1000 साल के राज में कोई भ्रिष्टाचार नहीं होगा, कोई रिश्वत नहीं होगी, कोई खून खराबा नहीं होगा, कोई बलात्कार नहीं होगा, कोई जबरदस्ती नहीं होगी, कोई दंगा फसाद नहीं होगा, कोई लड़ाई झगड़ा नहीं होगा। सब पूरी धरती पूरे लोग आपस में मेल मिलाप दे ना रहेंगे, शांति दे ना रहेंगे, ना भ्रिष्टाचार होगा, ना नशा होगा, ना दंगे फसाद होंगे। पूरी धरती शांति शांति दे नाल भरी रहेगी और उस राज में रहने वाले लोग आपस में मेल मिलाप ना रहेंगे। इन्ने मेल मिलाप नाल इन्नी शांति ना रहेंगे कि मनुखां दे नाल जो जानवर है, जो डंगर है, उन्हां दे विच भी शांति होगी, उन्हां दे विच भी शांति होगी। बिल्ली ते चूहा आपस में मिल के रहेंगे, शेर ते बकरी आपस में कट्ठे घाह चरनगे और बघियाड़ ते लेला आपस में कट्ठे रहेंगे और जानवरों में भी मेल मिलाप होगा और कोई भी जानवर एक दूसरे को नहीं खाएगा। वड्डा जानवर छोटे जानवर को नहीं खाएगा। जिस तरह शेर छोटे जानवरों को खाता है, शेर भी मांस नहीं खाएगा, वो भी घाह ही खाएगा। बिल्ली भी चूहा नहीं खाएगी, वो भी। मेरे प्यारों, इस तरह सारे जानवर आपस में मेल मिलाप ना रहेंगे। मनुखा दे विच भी शांति होगी, जानवरों दे विच भी शांति होगी। क्या? क्योंकि उस समय शांति दा राजकुमार, शांति दाता प्रभु यीशु मसीह इस धरती ते राज करता होगा। इसलिए कोई भ्रिष्टाचार नहीं, इसलिए कोई अत्याचार नहीं, इसलिए कोई दंगा फसाद नहीं। सारे आपस में मिलजुल के रहेंगे। जिस तरह नूह दे समय परमेश्वर दे आत्मा दा जिन्ना जानवरों के अंदर काम होया, वो जानवर तब्दील होकर नूह दी किश्ती में आए और नूह दी किश्ती में आए हुए जानवर बड़े आराम दे नाल, बड़ी शांति दे नाल बैठे हुए हैं। बिल्ली ते चूहा आपस में इकट्ठे बैठे हैं, शेर ते बकरी, बघियाड़ ते लेला। मेरे प्यारों, जिस तरह नूह नबी दी किश्ती में सारे जानवर शांति नाल, इसी तरह 1000 साल के राज में भी सारे जानवर भी, सारे डंगर भी, सारे मनुख भी शांति दे नाल रहेंगे, शांति दे नाल रहेंगे। सच्चे प्रभु दी, सच्चे राजा दी, जो राजा दा राजा है, प्रभु दा प्रभु है, उसकी आराधना करने, उसकी स्तुति करने, उसकी महिमा करने। इसलिए यशाया उसका 60 है, उसकी 10 है तो लेके 16 तक पढ़िए। यशाया उसका 60 है, उसकी 10 है तो लेके 16 तक पढ़िए। ओपरे तेरियां कंधां नूं उसारनगे अते उन्हां दे राजे तेरी सेवा करनगे। ओपरे तेरियां कंधां उसारनगे, हाँ, अते उन्हां दे राजे तेरी सेवा करनगे। उन्हां दे राजे तेरी सेवा करनगे। भावें मैं तेनू अपने कोप विच मारिया, भावें मैं तेनू अपने कोप विच मारिया, पर मैं अपनी पौनी विच तेरे ते रहम करांगा। हाँ, तेरे फाटक सदा खुले रहणगे, तेरे फाटक सदा खुले रहणगे। हाँ, वो दिन रात बंद ना होणगे। यरूशलेम नगर दे जेड़े फाटक है वो सदा खुले रहणगे, कदे बंद नहीं होणगे। हाँ भाई, वो तेरे कोल कौमां दा धन अते उन्हां दे राजे जुलूस विच ले आउण। हाँ, के उस समय यरूशलेम दे विच जेड़े राजे हैं वो अपना धन लेके आउणगे। हाँ,
ਜਿਹੜੀ ਕੌਮ ਅਤੇ ਜਿਹੜਾ ਰਾਜ ਤੇਰੀ ਸੇਵਾ ਨਾ ਕਰੇਗਾ जेड़ा राज जेड़ी कौम तेरी सेवा ना करेगा ਉਹ ਨਾਸ਼ ਹੋ ਜਾਵੇਗਾ। वो नाश हो जाएगा। हाँ ਹਾਂ ਉਹ ਕੌਮਾਂ ਉੱਕਾ ਹੀ ਬਰਬਾਦ ਹੋ ਜਾਣਗੀਆਂ। वो कौमा उक्का ही बर्बाद हो जाएगी। हाँ ਲਬਾਨੋਨ ਦੀ ਸ਼ਾਨ ਤੇਰੇ ਕੋਲ ਆਵੇਗੀ। हाँ ਸਰੂ ਚੀੜ ਅਤੇ ਚਨਾਰ ਇਕੱਠੇ ਹਾਂ। ਭਾਈ ਉਹ ਮੇਰੇ ਪਵਿੱਤਰ ਅਸਥਾਨ ਨੂੰ ਸਜਾਉਣ। ਹਾਂ। ਇਉਂ ਮੈਂ ਆਪਣੇ ਪੈਰਾਂ ਦੇ ਅਸਥਾਨ ਨੂੰ ਸ਼ਾਨਦਾਰ ਬਣਾਵਾਂਗਾ। हाँ ਤੇਰੇ ਦੋਖੀਆਂ ਦੇ ਪੁੱਤਰ ਤੇਰੇ ਕੋਲ ਨਿਉਂਦੇ ਹੋਏ ਆਉਣਗੇ। हाँ ਤੈਨੂੰ ਸਾਰੇ ਤੁੱਛ ਜਾਣਨ ਵਾਲੇ ਤੇਰੇ ਪੈਰਾਂ ਤੇ ਮੱਥਾ ਟੇਕਣਗੇ। ਹਾਂ। ਉਹ ਤੈਨੂੰ ਯਹੋਵਾ ਦਾ ਸ਼ਹਿਰ ओ तेनु यहोवा दा शहर ਇਸਰਾਇਲ ਦੇ ਪਵਿੱਤਰ ਪੁਰਖ ਦਾ ਸਿਯੋਨ ਆਖਣਗੇ। इस्राएल दे पवित्र पुरख दा सयोन आखणगे। हाँ ਭਾਵੇਂ ਤੂੰ ਤਿਆਗੀ ਹੋਈ ਅਤੇ ਘਿਨੌਣੀ ਸੈਂ भावे तू त्यागी होई ते कनौनी सी। हाँ ਅਤੇ ਤੇਰੇ ਵਿੱਚੋਂ ਦੀ ਕੋਈ ਨਹੀਂ ਸੀ ਲੰਘਦਾ। हाँ ਪਰ ਮੈਂ ਤੈਨੂੰ ਸਦਾ ਲਈ ਉੱਤਮ ਪੀੜ੍ਹੀਓਂ ਪੀੜ੍ਹੀ ਖੁਸ਼ ਰੱਖਾਂਗਾ। मैं तेनु सदा लई उत्तम ते पीढ़ियों पीढ़ी लई खुश रखांगा। ਤੂੰ ਕੌਮਾਂ ਦਾ ਦੁੱਧ ਚੁੰਗੇਗੀ हाँ तू कौमां दा दुध चुंगेगी ਅਤੇ ਰਾਜਿਆਂ ਦੀ ਛਾਤੀ ਚੁੰਗੇਗੀ। राजा दी छाती चुंगेगी। ਤੂੰ ਜਾਣੇਗੀ ਭਾਈ ਮੈਂ ਯਹੋਵਾ ਤੇਰਾ ਬਚਾਉਣ ਵਾਲਾ ਹਾਂ। तू जानेगी मैं यहोवा तेरा बचाने वाला। 16 तक। हाँ ਤੇਰਾ ਛਡਾਉਣ ਵਾਲਾ हाँ ਯਾਕੂਬ ਦਾ ਸ਼ਕਤੀਮਾਨ। तेरा छड़ाउण वाला याकूब दा शक्तिमान। इस दिना यशाया उसका 65 दिया है, ओदी 18 तो लेके 25 तक भी पढ़िए। ਪਰ ਜੋ ਕੁਝ ਮੈਂ ਉਤਪੰਨ ਕਰਦਾ ਹਾਂ हाँ ਉਸ ਤੋਂ ਤੁਸੀਂ ਯੁੱਗੋ ਯੁੱਗ ਖੁਸ਼ੀ ਮਨਾਓ ਹਾਂ। ਤੇ ਬਾਗ-ਬਾਗ ਹੋਵੋ। ਹਾਂ। ਵੇਖੋ ਤਾਂ ਮੈਂ ਯਰੂਸ਼ਲਮ ਲਈ ਆਨੰਦਤਾ ਹਾਂ। ਅਤੇ ਉਸ ਦੀ ਪ੍ਰਜਾ ਲਈ ਖੁਸ਼ੀ ਉਤਪੰਨ ਕਰਦਾ ਹਾਂ। ਹਾਂ। ਮੈਂ ਯਰੂਸ਼ਲਮ ਤੋਂ ਆਨੰਦ ਹੋਵਾਂਗਾ ਹਾਂ। ਅਤੇ ਆਪਣੀ ਪ੍ਰਜਾ ਤੋਂ ਖੁਸ਼ ਹੋਵਾਂਗਾ। ਹਾਂ। ਫਿਰ ਉਸ ਵਿੱਚ ਨਾ ਰੋਣ ਦੀ ਆਵਾਜ਼ ਹਾਂ। ਨਾ ਦੁਹਾਈ ਦੀ ਆਵਾਜ਼ ਸੁਣਾਈ ਦੇਵੇਗੀ। ਉਦੋਂ ਫਿਰ ਕੋਈ ਥੋੜੇ ਦਿਨਾਂ ਦਾ ਬੱਚਾ ਨਾ ਹੋਵੇਗਾ थोड़े दिनों का कोई बच्चा नहीं होगा। हाँ ਨਾ ਕੋਈ ਬੁੱਢਾ ਜਿਸ ਨੇ ਆਪਣੇ ਦਿਨ ਪੂਰੇ ਨਾ ਕੀਤੇ ਹੋਣ। ना कोई बुढ़ा जिसने अपने दिन पूरे ना किए हो। हाँ ਕਿਉਂ ਜੋ ਬੱਚਾ 100 ਵਰ੍ਹੇ ਦੀ ਉਮਰ ਵਿੱਚ ਮਰੇਗਾ क्योंकि बच्चा 100 साल की उम्र में मरेगा। हाँ ਤੇ 100 ਵਰ੍ਹੇ ਦਾ ਪਾਪੀ ਸ਼ਰਾਪੀ ਹੋਏਗਾ। हाँ ਉਹ ਘਰ ਬਣਾਉਣਗੇ ਅਤੇ ਉਹਨਾਂ ਵਿੱਚ ਵਸਣਗੇ। ਉਹ ਘਰ ਬਣਾਉਣਗੇ ਉਹਨਾਂ ਵਿੱਚ ਵਸਣਗੇ। ਹਾਂ ਉਹ ਅੰਗੂਰੀ ਬਾਗ ਲਾਉਣਗੇ ਅਤੇ ਉਹਨਾਂ ਦਾ ਫਲ ਖਾਣਗੇ। ਉਹ ਅੰਗੂਰੀ ਬਾਗ ਲਾਉਣਗੇ ਉਹਨਾਂ ਦਾ ਫਲ ਖਾਣਗੇ। ਹਾਂ ਉਹ ਨਾ ਬਣਾਉਣਗੇ ਭਾਈ ਦੂਜਾ ਵਸੇ। ਹਾਂ। ਉਹ ਨਾ ਲਾਉਣਗੇ ਭਾਈ ਦੂਜਾ ਖਾਵੇ। ਹਾਂ। ਮੇਰੀ ਪਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ। ਮੇਰੀ ਪ੍ਰਜਾ ਦੇ ਦਿਨ ਤਾਂ ਰੁੱਖ ਦੇ ਦਿਨਾਂ ਵਰਗੇ ਹੋਣਗੇ। ਹਾਂ ਤੇ ਮੇਰੇ ਚੁਣੇ ਹੋਏ ਆਪਣੇ ਹੱਥਾਂ ਦਾ ਕੰਮ ਢੇਰ ਚਿਰ ਭੋਗਣਗੇ। ਹਾਂ ਉਹ ਵਿਅਰਥ ਮਿਹਨਤ ਨਾ ਕਰਨਗੇ ਹਾਂ। ਨਾ ਕਲੇਸ਼ ਲਈ ਜਮਾਉਣਗੇ। ਹਾਂ। ਉਹ ਯਹੋਵਾ ਦੀ ਮੁਬਾਰਕ ਅੰਸ਼ ਜੋ ਹੋਣਗੇ ਹਾਂ। ਨਾਲੇ ਉਹਨਾਂ ਦੀ ਸੰਤਾਨ ਉਹਨਾਂ ਸਣੇ। ਇਉਂ ਹੋਵੇਗਾ ਕਿ ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ ਤੇ ਉਹ ਜੇ ਗੱਲ ਹੀ ਕਰਦੇ ਹੋਣਗੇ ਕਿ ਮੈਂ ਸੁਣ ਲਵਾਂਗਾ। ਹਾਂ। ਬਗਿਆੜ ਅਤੇ ਲੇਲਾ ਇਕੱਠੇ ਚਰਨਗੇ ਬਗਿਆੜ ਤੇ ਲੇਲਾ ਇਕੱਠੇ ਚਰਨਗੇ। ਹਾਂ ਤੇ ਬੱਬਰ ਸ਼ੇਰ ਬਲਦ ਵਾਂਗੂ ਭੌਂ ਖਾਵੇਗਾ। ਬੱਬਰ ਸ਼ੇਰ ਜਿਹੜਾ ਬਲਦ ਵਾਂਗੂ ਭੌਂ ਖਾਏਗਾ। ਹਾਂ ਸੱਪ ਦੀ ਰੋਟੀ ਖਾਕ ਹੋਵੇਗੀ। ਸੱਪ ਦੀ ਰੋਟੀ ਵੀ ਖਾਕ ਹੋਵੇਗੀ। ਹਾਂ ਉਹ ਮੇਰੇ ਸਾਰੇ ਪਵਿੱਤਰ ਪਰਬਤ ਵਿੱਚ ਨਾ ਸੱਟ ਲਾਉਣਗੇ ਨਾ ਨਾਸ਼ ਕਰਨਗੇ। ਉਹ ਮੇਰੇ ਸਾਰੇ ਪਵਿੱਤਰ ਪਰਬਤ ਵਿੱਚ ਨਾ ਸੱਟ ਲਾਉਣਗੇ ਨਾ ਨਾਸ਼ ਕਰਨਗੇ। ਯਹੋਵਾ ਫਰਮਾਉਂਦਾ ਹੈ। ਯਹੋਵਾ ਫਰਮਾਉਂਦਾ ਹੈ। ਇਸ ਦੇ ਨਾਲ ਹੀ ਯਸ਼ਾਇਆ 11 ਦੀ 6 ਤੋਂ ਲੈ ਕੇ 9 ਤੱਕ ਪੜ੍ਹੀਏ। ਬਗਿਆੜ ਲੇਲੇ ਨਾਲ ਰਹੇਗਾ ਬਗਿਆੜ ਲੇਲੇ ਨਾਲ ਰਹੇਗਾ ਅਤੇ ਚੀਤਾ ਮੇਮਨੇ ਨਾਲ ਬੈਠੇਗਾ। ਅਤੇ ਚੀਤਾ ਮੇਮਨੇ ਨਾਲ ਬੈਠੇਗਾ। ਬੱਚਾ ਜਵਾਨ ਸ਼ੇਰ ਤੇ ਪਾਲਤੂ ਪਸ਼ੂ ਇਕੱਠੇ ਰਹਿਣਗੇ। ਬੱਚਾ ਜਵਾਨ ਸ਼ੇਰ ਬੱਚਾ ਜਵਾਨ ਸ਼ੇਰ ਤੇ ਪਾਲਤੂ ਪਸ਼ੂ ਇਕੱਠੇ ਰਹਿਣਗੇ। ਤੇ ਇੱਕ ਛੋਟਾ ਮੁੰਡਾ ਉਹਨਾਂ ਲਈ ਫਿਰੇਗਾ। ਉਹਨਾਂ ਨੂੰ ਅਤੇ ਵੇਖ ਇੱਕ ਛੋਟਾ ਮੁੰਡਾ ਉਹਨਾਂ ਨੂੰ ਚਰਾਏਗਾ। ਹਾਂ ਗਾਂ ਤੇ ਰਿਸ਼ਨੀ ਚਰਨਗੀਆਂ ਗਾਂ ਤੇ ਰਿਸ਼ਨੀ ਚਰਨਗੀਆਂ ਅਤੇ ਉਹਨਾਂ ਦੇ ਬੱਚੇ ਇਕੱਠੇ ਬੈਠਣਗੇ। ਉਹਨਾਂ ਦੇ ਬੱਚੇ ਇਕੱਠੇ ਬੈਠਣਗੇ। ਬੱਬਰ ਸ਼ੇਰ ਬਲਦ ਵਾਂਗੂ ਭੋਗ ਖਾਵੇਗਾ। ਬੱਬਰ ਸ਼ੇਰ ਬਲਦ ਵਾਂਗੂ ਭੌਂ ਖਾਏਗਾ। ਦੁੱਧ ਚੁੰਗਦਾ ਬੱਚਾ ਸੱਪ ਦੀ ਖੁੱਡ ਉੱਤੇ ਖੇਡੇਗਾ। ਦੁੱਧ ਚੁੰਗਦਾ ਬੱਚਾ ਸੱਪ ਦੀ ਖੁੱਡ ਤੇ ਖੇਡੇਗਾ। ਤੇ ਦੁੱਧੋਂ ਛੁਡਾਇਆ ਹੋਇਆ ਬੱਚਾ ਆਪਣੇ ਹੱਥ ਨਾਗ ਦੀ ਵਰਮੀ ਤੇ ਰੱਖੇਗਾ। ਔਰ ਦੁੱਧ ਛਡਾਇਆ ਬੱਚਾ ਆਪਣੇ ਹੱਥ ਜਿਹੜੇ ਹੈ ਉਹ ਨਾਗ ਦੀ ਸਿਰ ਉਤੇ ਰੱਖੇਗਾ। ਮੇਰੇ ਸਾਰੇ ਪਵਿੱਤਰ ਪਰਬਤ ਵਿੱਚ ਹਾਂ। ਉਹ ਨਾ ਸੱਟ ਲਾਉਣਗੇ ਨਾ ਨਾਸ਼ ਕਰਨਗੇ। ਕਿਉਂ ਜੋ ਧਰਤੀ ਯਹੋਵਾ ਦੇ ਗਿਆਨ ਨਾਲ ਭਰੀ ਹੋਈ ਹੈ। ਕਿਉਂ ਜੋ ਸਾਰੀ ਧਰਤੀ ਯਹੋਵਾ ਦੇ ਗਿਆਨ ਨਾਲ ਭਰੀ ਹੋਵੇਗੀ। ਤੇ ਇਸ ਤਰ੍ਹਾਂ ਰਾਜਿਆਂ ਦਾ ਰਾਜਾ ਪ੍ਰਭੂਆਂ ਦਾ ਪ੍ਰਭੂ ਰਾਜ ਕਰਦੇ ਵਕਤ ਪੂਰੀ ਧਰਤੀ ਸ਼ਾਂਤੀ ਨਾਲ ਭਰੀ ਰਹੇਗੀ। ਸ਼ਾਂਤੀ ਨਾਲ
जिस तरह मैं तुहानू दस्सिया समुद्र पानी नाल भरिया होया इसे तरह पूरी धरती, लेकिन राजा दा राजा प्रभु दा प्रभु इस धरती ते 1000 साल दा राज करदे वक्त उस समय शैतान नू 1000 साल दे लई था कुंड विच बंद कीता होवेगा, बंद कीता होवेगा। उस समय शैतान नहीं होवेगा, शैतान नहीं होवेगा। शैतान नू पहले ही 1000 साल दे लई अथाह कुंड विच कैद कीता होवेगा। इसलिए सुनने वाले प्यारे भैन ते भराओ, सच्चे मसीह लोगों, सच्ची कलीसिया विश्वासियों, प्रभु ने अपने लोगों को कितनी वड्डी आस दी है, आस दी है। इसलिए अपने आप को इस लिए तैयार करो, तैयार करो प्रभु दे अनंत राज दे लई, प्रभु दे साथ रहने दे लई अपने आप को तैयार करो। तो असी प्रभु दे वचन विचों 1000 साल दे राज के बारे पढ़िया। आइए अखां बंद करिए, सिरां झुकाइए, प्रार्थना करिए। सर्वशक्तिमान परमेश्वर प्रभु तेरा शुक्र करते हैं, तू इस धरती ते 1000 साल का राज करेगा और तेरा राज शांति का राज होगा। जिस तरह समुद्र पानी नाल भरिया होया है, इस तरह प्रभु तेरे राज दे विच तेरा राज धरती दुनिया पूरी शांति दे नाल भरे होंगे। उस समय शैतान नहीं होगा, भ्रष्टाचार नहीं होगा, अत्याचार नहीं होगा, दंगे फसाद नहीं होंगे, नशे नहीं होंगे, बलात्कार नहीं होंगे। प्रभु चारे पासे शांति शांति होगी। मनुखा दे नाल नाल जानवरां दे अंदर भी, डंगरां दे अंदर भी शांति होगी। प्रभु उस राज दे लई तेरे बच्चों को तैयार होने दे लई तू फजल दे, तू कृपा दे, तेरे पवित्र आत्मा की अगुवाई दे प्रभु, अगुवाई दे प्रभु। सारी महिमा तेरे नाम मिले, यीशु मसीह नाम च मंगते हैं, आमीन।